Hello learners, our subject is environmental education and ਅੱਜ ਦਾ ਆਪਣਾ ਟੌਪਿਕ ਆ concept of environmental education ਵਾਤਾਵਰਣੀ ਸਿੱਖਿਆ ਦਾ ਸੰਕਲਪ। This topic is from unit 1 part B। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਟੌਪਿਕ ਦੀ ਇੰਟਰੋਡਕਸ਼ਨ ਕਰਾਂਗੇ। ਸੋ ਲੈਟਸ ਬਿਗਨ ਦੀ ਇੰਟਰੋਡਕਸ਼ਨ। ਮਨੁੱਖ ਜਦੋਂ ਤੋਂ ਇਸ ਧਰਤੀ ਤੇ ਪੈਦਾ ਹੋਇਆ ਉਸ ਤੋਂ ਹੀ ਵਾਤਾਵਰਣ ਉਸ ਦੀ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ। ਮਨੁੱਖ ਆਪਣੀ ਜ਼ਰੂਰਤਾਂ ਦੀ ਪੂਰਤੀ ਲਈ ਜਾਂ ਆਪਣੀਆਂ ਡੇਲੀ ਨੀਡਸ ਨੂੰ ਪੂਰਾ ਕਰਨ ਲਈ ਸਿੱਧੇ ਜਾਂ ਸਿੱਧੇ ਤੌਰ 'ਤੇ ਵਾਤਾਵਰਣ ਉੱਤੇ ਹੀ ਨਿਰਭਰ ਕਰਦਾ। ਇਹ ਵੇਖਿਆ ਗਿਆ ਕਿ ਮਨੁੱਖ ਨੇ ਸ਼ੁਰੂ ਦੇ ਵਿੱਚ ਤਾਂ ਵਾਤਾਵਰਣ ਉੱਤੇ ਬਹੁਤ ਘੱਟ ਨਿਰਭਰ ਕਰਦਾ ਸੀ, ਬਟ ਇਹ ਹੁਣ ਵੇਖਿਆ ਗਿਆ ਕਿ ਹੁਣ ਮਨੁੱਖ ਦੀ ਜਿਹੜੀ ਡਿਪੈਂਡੈਂਸੀ ਆ ਇਨਵਾਇਰਮੈਂਟ 'ਤੇ ਉਹ ਬਹੁਤ ਜ਼ਿਆਦਾ ਹੋ ਚੁੱਕੀ ਆ, ਵਾਤਾਵਰਣ 'ਤੇ ਬਹੁਤ ਜ਼ਿਆਦਾ ਹੋ ਚੁੱਕੀ ਹੈ। ਇੱਥੋਂ ਤੱਕ ਕਿ ਮਨੁੱਖ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਮਨੁੱਖ ਆਪਣੇ ਆਪ ਨੂੰ ਮਾਲਕ ਸਮਝਦਾ, ਉਹ ਸਮਝਦਾ ਕਿ ਵਾਤਾਵਰਣ ਮੇਰਾ ਗੁਲਾਮ ਆ। ਤਾਂ ਉਸਨੇ ਆਪਣੀ ਬਿਹਤਰ ਜ਼ਿੰਦਗੀ ਲਈ ਜਾਂ ਆਪਣੀ ਲੋੜਾਂ ਦੀ ਪੂਰਤੀ ਲਈ ਵਾਤਾਵਰਣ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਬਹੁਤ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਜਿਵੇਂ ਜੰਗਲਾਂ ਦੇ ਹੇਠਾਂ ਆਉਣ ਵਾਲੀਆਂ ਫਸਲਾਂ ਦੀ ਕਟਾਈ ਕੀਤੀ ਹੈ, ਜੰਗਲਾਂ ਨੂੰ ਨਸ਼ਟ ਕੀਤਾ ਹੈ। ਕਈ ਜਾਨਵਰ ਅਲੋਪ ਹੋ ਚੁੱਕੇ ਹਨ। ਜੰਗਲਾਂ ਦੀ ਕਟਾਈ ਕਰਕੇ ਜੋ ਫਲੋਰਾ ਅਤੇ ਫੌਨਾ ਵਿੱਚ ਜਿਹੜੇ ਜਾਨਵਰ ਰਹਿੰਦੇ ਆ ਉਹ ਵੀ ਅਲੋਪ ਹੋ ਚੁੱਕੇ ਹਨ। ਅਤੇ ਇੰਡਸਟਰੀਲਾਈਜੇਸ਼ਨ ਟੈਕਨੋਲੋਜੀ ਦੀ ਸਹਾਇਤਾ ਨਾਲ ਜਿਹੜੀ ਵੀ ਇੰਡਸਟਰੀਆਂ ਲੱਗੀਆਂ ਉਹਦੇ ਨਾਲ ਕਾਰਬਨ ਮੋਨੋਆਕਸਾਈਡ ਅਤੇ ਸਲਫਰ ਡਾਈਆਕਸਾਈਡ ਜਿਹੜੀਆਂ ਹਾਨੀਕਾਰਕ ਗੈਸਾਂ ਹੈਗੀਆਂ ਵਾਯੂਮੰਡਲ ਵਿੱਚ ਪੈਦਾ ਹੁੰਦੀਆਂ, ਜਿਸ ਕਰਕੇ ਜਿਹੜਾ ਪ੍ਰਦੂਸ਼ਣ ਆ ਉਹਦਾ ਪੱਧਰ ਵੀ ਵੱਧ ਚੁੱਕਿਆ। ਜਿਹੜਾ ਹਵਾ ਪ੍ਰਦੂਸ਼ਣ ਆ ਉਹਦਾ ਪੱਧਰ ਵੀ ਵੱਧ ਚੁੱਕਾ ਹੈ। ਅਤੇ ਇਸ ਦੇ ਨਾਲ ਸਮੁੰਦਰ ਦੇ ਜਿਹੜਾ ਪਾਣੀ ਆ, ਗਲੋਬਲ ਵਾਰਮਿੰਗ ਹੋ ਰਹੀ ਆ, ਜਿਹੜਾ ਅਰਥ ਦਾ ਟੈਂਪਰੇਚਰ ਆ ਉਹ ਕੰਟੀਨਿਊਸਲੀ ਇਨਕਰੀਜ਼ ਕਰ ਰਿਹਾ, ਜਿਹਦੇ ਨਾਲ ਜਿਹੜਾ ਸਮੁੰਦਰ ਦਾ ਪਾਣੀ ਹੈਗਾ, ਸਮੁੰਦਰ ਦੇ ਪਾਣੀ ਦਾ ਲੈਵਲ ਆ ਉਹ ਵੀ ਵੱਧ ਰਿਹਾ, ਕਰਕੇ ਜਿਹੜਾ ਵਾਤਾਵਰਨ ਹੈਗਾ ਉਹਦੇ ਵਿੱਚ ਅਸੰਤੁਲਨ ਪੈਦਾ ਹੋ ਚੁੱਕਿਆ। ਜਿੰਨੇ ਵੀ ਵਾਤਾਵਰਨ ਦੇ ਕਾਰਕ ਆ ਉਹਨਾਂ ਵਿੱਚ ਅਸੰਤੁਲਨ, ਇੰਬੈਲੈਂਸ ਹੋ ਗਿਆ। ਜਦੋਂ ਵੀ ਕੋਈ ਵੀ ਚੀਜ਼ ਇੰਬੈਲੈਂਸ ਹੋ ਜੇ ਤਾਂ ਉਹ ਹਾਨੀਕਾਰਕ ਹੁੰਦੀ ਹੈ। ਇਸ ਲਈ ਆਪਾਂ ਨੂੰ ਜਿਹੜਾ ਇਨਵਾਇਰਮੈਂਟ ਐਜੂਕੇਸ਼ਨ ਪੜ੍ਹਨੀ ਜ਼ਰੂਰੀ ਹੈ, ਜਿਹਦੇ ਨਾਲ ਆਪਾਂ ਵੱਖ-ਵੱਖ ਵਾਤਾਵਰਨ ਦੀਆਂ ਸਮੱਸਿਆਵਾਂ ਨੂੰ ਸਮਝ ਸਕਾਂਗੇ ਅਤੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਇਹ ਵੀ ਸਮਝ ਸਕਾਂਗੇ। ਤਾਂ ਜਿਹੜਾ ਇਨਵਾਇਰਮੈਂਟ ਐਜੂਕੇਸ਼ਨ ਆ ਉਹ ਇੱਕ ਇੰਪੋਰਟੈਂਟ ਸਬਜੈਕਟ ਆ, ਜਿਹੜਾ ਚਾਈਲਡ ਆ ਜਾਂ ਹਿਊਮਨ ਆ ਜਾਂ ਇੰਡੀਵਿਜੂਅਲ ਆ ਉਹਨੂੰ ਪ੍ਰਪੇਅਰ ਕਰਦਾ ਫॉर ਸਸਟੇਨੇਬਲ ਡਿਵੈਲਪਮੈਂਟ ਆਫ ਇਨਵਾਇਰਮੈਂਟ ਐਜੂਕੇਸ਼ਨ। ਸੋ ਹੁਣ ਆਪਾਂ ਨੈਕਸਟ ਇਹਦੀ ਕਰਾਂਗੇ ਲਿਟਰਲ ਮੀਨਿੰਗ ਕੀ ਹੈ, ਸ਼ਾਬਦਿਕ ਅਰਥ ਕੀ ਆ ਵਾਤਾਵਰਣੀ ਸਿੱਖਿਆ ਦਾ ਸ਼ਾਬਦਿਕ ਅਰਥ। ਸੋ ਜਿਹੜਾ ਇਨਵਾਇਰਮੈਂਟ ਐਜੂਕੇਸ਼ਨ ਆ ਇਟ ਇਜ਼ ਮੇਡ ਫਰੋਮ ਕੰਬੀਨੇਸ਼ਨ ਆਫ 2 ਵਰਡਸ। ਇਹ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ। ਪਹਿਲਾ ਸ਼ਬਦ ਆ ਇਨਵਾਇਰਮੈਂਟ ਅਤੇ ਦੂਸਰਾ ਸ਼ਬਦ ਆ ਐਜੂਕੇਸ਼ਨ। ਹੁਣ ਪਹਿਲਾ ਸ਼ਬਦ ਆ ਵਾਤਾਵਰਣੀ, ਦੂਸਰਾ ਦਾ ਮੀਨਿੰਗ ਆ ਸਿੱਖਿਆ। ਜਿਹੜਾ ਇਨਵਾਇਰਮੈਂਟ ਆ ਜਾਂ ਵਾਤਾਵਰਨ ਦਾ ਅਰਥ ਆ ਆਲ ਐਗਰੀਗੇਟ, the aggregate of all the external conditions and influencing affecting the life and development of man and other living organisms। ਮਤਲਬ ਉਹ ਸਾਰੇ ਵਾਤਾਵਰਨ ਵਿੱਚ ਉਹ ਸਾਰੇ ਬਾਹਰੀ ਕਾਰਕ ਆਉਂਦੇ ਆ ਜੋ ਮਨੁੱਖ ਦੇ ਜੀਵਨ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਅਤੇ ਉਸਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਆ। ਵਾਤਾਵਰਨ ਵਿੱਚ ਉਹ ਸਾਰੇ ਕਾਰਕ ਆਉਣਗੇ ਜਿਹੜੇ ਲਿਵਿੰਗ ਆਰਗੇਨਿਜ਼ਮ, ਮਨੁੱਖ ਆ ਗਿਆ, ਪੌਦੇ ਆ ਗਏ ਅਤੇ ਜਾਨਵਰ ਆ ਗਏ, ਉਹਨਾਂ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨਗੇ ਅਤੇ ਉਹਨਾਂ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਨਗੇ। ਤਾਂ ਮੈਂ ਪੰਜਾਬੀ ਵਿੱਚ ਬੋਲ ਦਿੰਦੀ ਹਾਂ, ਤੁਸੀਂ ਇਹਨੂੰ ਰਾਈਟ ਡਾਊਨ ਕਰ ਲਿਓ ਪੰਜਾਬੀ ਵਿੱਚ। ਵਾਤਾਵਰਨ ਸਾਰੇ ਬਾਹਰੀ ਕਾਰਕ ਜੋ ਮਨੁੱਖ ਦੇ ਜੀਵਨ ਅਤੇ ਉਸਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਵਾਤਾਵਰਨ ਦਾ ਮੀਨਿੰਗ ਇਹ ਆ। ਐਜੂਕੇਸ਼ਨ ਮੀਨਸ ਪ੍ਰੋਸੈਸ ਆਫ ਡਿਵੈਲਪਮੈਂਟ, ਮਤਲਬ ਇੱਕ ਪ੍ਰਕਿਰਿਆ ਜਿਹਦੇ ਨਾਲ ਮਨੁੱਖ ਵਾਤਾਵਰਨ ਦੇ ਕਿੰਨੇ ਕੰਪੋਨੈਂਟ ਆ, ਵਾਤਾਵਰਨ ਦੇ ਵਿੱਚ ਕੀ ਆਉਂਦਾ, ਕਿਹੜੇ ਬਾਹਰੀ ਕਾਰਕ ਆ, ਕਿਵੇਂ ਪ੍ਰਭਾਵਿਤ ਕਰ ਰਹੇ ਆ, ਵਾਤਾਵਰਨ ਦੀਆਂ ਕਿਹੜੀਆਂ ਸਮੱਸਿਆਵਾਂ, ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਉਸ ਦੀ ਸਾਰੀ ਜਿਹੜਾ ਵਿਕਾਸ ਆ, ਇਹ ਸਮਝ ਦਾ ਵਿਕਾਸ ਕੌਣ ਕਰਦਾ, ਐਜੂਕੇਸ਼ਨ ਕਰਦੀ ਹੈ। ਵਾਤਾਵਰਨ ਬਾਰੇ ਸਮਝ ਦਾ ਵਿਕਾਸ ਕੌਣ ਕਰਦੀ ਹੈ, ਸਿੱਖਿਆ ਕਰਦੀ ਹੈ। ਤਾਂ ਵਾਤਾਵਰਨ ਇਹਦਾ ਐਜੂਕੇਸ਼ਨ ਨੂੰ ਤੁਸੀਂ ਕਿਵੇਂ ਲਿਖੋਗੇ ਪੰਜਾਬੀ ਦੇ ਵਿੱਚ? ਐਜੂਕੇਸ਼ਨ ਮੀਨਿੰਗ ਨੂੰ ਸਿੱਖਿਆ ਨੂੰ ਵਿਕਾਸ ਦੀ ਪ੍ਰਕਿਰਿਆ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਇਹ ਤੁਸੀਂ ਲਿਖ ਲੈਣਾ, ਸਿੱਖਿਆ ਨੂੰ ਵਿਕਾਸ ਦੀ ਪ੍ਰਕਿਰਿਆ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।
ਤਾਂ ਇਹ ਆਪਾਂ ਲਿਟਰਲ ਮੀਨਿੰਗ ਕੀਤਾ ਇਨਵਾਇਰਨਮੈਂਟ ਦਾ ਤੇ ਐਜੂਕੇਸ਼ਨ ਦਾ। ਇਨਵਾਇਰਨਮੈਂਟ ਦਾ ਮੀਨਿੰਗ ਕੀ ਸੀ? ਉਹ ਸਾਰੇ ਬਾਹਰੀ ਕਾਰਕ ਜੋ ਜੀਵਿਤ ਆਰਗੇਨਿਜ਼ਮ ਜਾਂ ਜੀਵਾਂ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਅਤੇ ਉਹਨਾਂ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੇ ਹਨ। ਐਜੂਕੇਸ਼ਨ ਇੱਕ ਵਿਕਾਸ ਦੀ ਪ੍ਰਕਿਰਿਆ ਹੈ ਜਾਂ ਸਿੱਖਿਆ ਇੱਕ ਵਿਕਾਸ ਦੀ ਪ੍ਰਕਿਰਿਆ ਹੈ। ਇਹ ਸੀ ਲਿਟਰਲ ਮੀਨਿੰਗ। ਹੁਣ ਆਪਾਂ ਇਹਦਾ ਡੈਫੀਨੇਸ਼ਨਸ ਕਰਾਂਗੇ। ਪਹਿਲਾਂ ਨੈਕਸਟ ਆਪਾਂ ਹੁਣ ਇਹਦੀਆਂ ਪਰਿਭਾਸ਼ਾਵਾਂ ਕਰਾਂਗੇ। ਸੋ ਪਹਿਲੀ ਡੈਫੀਨੇਸ਼ਨ ਆਪਾਂ ਦੇਖਾਂਗੇ ਅਕੋਰਡਿੰਗ ਟੂ ਮਿਸ਼ਰਾ ਦੇ ਅਨੁਸਾਰ environment education appears to be a process that equips human beings with awareness, knowledge, skills, attitude and commitment to improve environment। ਹੁਣ ਮੈਂ ਇਹਨੂੰ ਪੰਜਾਬੀ ਵਿੱਚ ਇਹਨੂੰ ਟ੍ਰਾਂਸਲੇਟ ਕਰਾਂਗੀ, ਤੁਸੀਂ ਨੋਟ ਕਰ ਲੈਣਾ ਜਿਨ੍ਹਾਂ ਦਾ ਪੰਜਾਬੀ ਮੀਡੀਅਮ ਆ। ਵਾਤਾਵਰਣ ਦੀ ਸਿੱਖਿਆ ਉਹ ਪ੍ਰਕਿਰਿਆ ਹੈ ਜੋ ਮਨੁੱਖਾਂ ਨੂੰ ਜਾਗਰੂਕਤਾ, ਗਿਆਨ, ਹੁਨਰ, ਰਵੱਈਆ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਵਚਨਬੱਧਤਾ ਹੈ। ਜਿਹੜੀ ਵਾਤਾਵਰਣ ਦੀ ਸਿੱਖਿਆ ਹੈਗੀ ਆ ਜਾਂ ਵਾਤਾਵਰਣ ਬਾਰੇ ਆਪਾਂ ਸਿੱਖਿਆ ਪ੍ਰਾਪਤ ਕਰਦੇ ਹਾਂ, ਉਹ ਇੱਕ ਅਜਿਹੀ ਪ੍ਰਕਿਰਿਆ ਜਿਸ ਦੇ ਵਿੱਚ ਜਿੰਨੇ ਵੀ ਆਰਗੇਨਿਜ਼ਮਸ ਆ, ਜਿੰਨੇ ਵੀ ਹਿਊਮਨ ਬੀਇੰਗਸ ਆ, ਉਹਨਾਂ ਨੂੰ ਅਵੇਅਰ ਕੀਤਾ ਜਾਂਦਾ, ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ, ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾਂਦਾ, ਵਾਤਾਵਰਣ ਬਾਰੇ ਗਿਆਨ ਪ੍ਰਦਾਨ ਕੀਤਾ ਜਾਂਦਾ। ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹੜੀਆਂ ਕੁਸ਼ਲਤਾਵਾਂ ਦੀ ਲੋੜ ਪੈਂਦੀ ਆ ਜਾਂ ਸਕਿੱਲ ਦੀ ਲੋੜ ਪੈਂਦੀ ਆ, ਉਹ ਸਿਖਾਈਆਂ ਜਾਂਦੀਆਂ। ਵਾਤਾਵਰਣ ਦੇ ਪ੍ਰਤੀ ਉਹਨਾਂ ਦਾ ਰਵੱਈਆ ਵਧੀਆ ਬਣਾਇਆ ਜਾਂਦਾ ਅਤੇ ਵਾਤਾਵਰਣ ਨੂੰ ਵਧੀਆ ਬਣਾਉਣ ਦੇ ਲਈ ਵਚਨਬੱਧਤਾ, ਮਤਲਬ ਉਹਨਾਂ ਦੇ ਅੰਦਰ ਆਪਣੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਕਮਿਟਮੈਂਟ ਹੋਣੀ ਚਾਹੀਦੀ ਆ। ਤਾਂ ਮਿਸ਼ਰਾ ਦੇ ਅਕੋਰਡਿੰਗ ਕੀ ਸੀ? ਵਾਤਾਵਰਣ ਇੱਕ ਅਜਿਹੀ ਪ੍ਰਕਿਰਿਆ ਵਾਤਾਵਰਣ ਇੱਕ ਅਜਿਹੀ ਸਿੱਖਿਆ ਦੀ ਉਹ ਪ੍ਰਕਿਰਿਆ ਹੈ ਜੋ ਮਨੁੱਖਾਂ ਨੂੰ ਜਾਗਰੂਕਤਾ, ਗਿਆਨ, ਹੁਨਰ, ਰਵੱਈਆ ਅਤੇ ਵਾਤਾਵਰਣ ਨੂੰ ਸੁਧਾਰਨ ਵਿੱਚ ਵਚਨਬੱਧਤਾ ਹੈ। ਤੇ ਹੁਣ ਆਪਾਂ ਕਰਾਂਗੇ ਨੈਕਸਟ ਡੈਫੀਨੇਸ਼ਨ। ਸੋ ਜਿਹੜੀ ਨੈਕਸਟ ਡੈਫੀਨੇਸ਼ਨ ਆ, ਅਕੋਰਡਿੰਗ ਟੂ ਇਨਵਾਇਰਮੈਂਟਲ ਐਜੂਕੇਸ਼ਨ ਐਕਟ 1970, ਵਾਤਾਵਰਣੀ ਸਿੱਖਿਆ ਐਕਟ 1970 ਦੇ ਅਨੁਸਾਰ environment education is the educational process which deals with man's relationship with his natural and man-made surroundings and include the relation of population, pollution, resources allocation and depletion, conservation, transportation, technology and urban and rural planning to the total human environment। ਹੁਣ ਆਪਾਂ ਇਸ ਨੂੰ ਪਹਿਲਾਂ ਪੰਜਾਬੀ ਵਿੱਚ ਟ੍ਰਾਂਸਲੇਟ ਕਰ ਲਾਂਗੇ। ਜਿਨ੍ਹਾਂ ਦਾ ਪੰਜਾਬੀ ਮੀਨਿੰਗ ਪਲੀਜ਼ ਆਪਣੀ ਜਿਹੜੀ ਡੈਫੀਨੇਸ਼ਨ ਆ ਉਹ ਰਾਈਟ ਕਰ ਲਓ। ਵਾਤਾਵਰਣੀ ਸਿੱਖਿਆ ਐਕਟ 1970 ਦੇ ਅਨੁਸਾਰ ਵਾਤਾਵਰਣੀ ਸਿੱਖਿਆ ਇੱਕ ਵਿਦਿਅਕ ਪ੍ਰਕਿਰਿਆ ਹੈ ਜੋ ਮਨੁੱਖ ਦੇ ਆਪਣੇ ਕੁਦਰਤੀ ਅਤੇ ਉਸ ਦੁਆਰਾ ਬਣਾਏ ਵਾਤਾਵਰਣ ਨਾਲ ਸੰਬੰਧ ਅਤੇ ਆਬਾਦੀ, ਪ੍ਰਦੂਸ਼ਣ, ਸਰੋਤ ਅਲਾਟਮੈਂਟ ਅਤੇ ਖਤਮ ਹੋਣਾ, ਬਚਾਉਣਾ, ਆਵਾਜਾਈ ਤਕਨੀਕੀ ਅਤੇ ਮਨੁੱਖੀ ਵਾਤਾਵਰਣ ਲਈ ਸ਼ਹਿਰੀ ਅਤੇ ਰੂਰਲ ਯੋਜਨਾ। ਮਤਲਬ ਜਿਹੜਾ ਇਨਵਾਇਰਮੈਂਟ ਐਜੂਕੇਸ਼ਨ ਐਕਟ ਸੀ, ਉਹਨਾਂ ਨੇ ਦੱਸਿਆ ਕਿ ਜਿਹੜੀ ਵਾਤਾਵਰਣ ਸਿੱਖਿਆ ਹੈਗੀ ਆ ਉਹ ਇੱਕ ਅਜਿਹੀ ਪ੍ਰਕਿਰਿਆ ਜਿਹੜੀ ਮਨੁੱਖ ਦਾ ਉਸਦੇ ਆਪਦੇ ਜਿਹੜਾ ਕੁਦਰਤੀ ਵਾਤਾਵਰਣ ਆ ਉਹਦੇ ਨਾਲ ਅਤੇ ਜਿਹੜਾ ਉਹਦਾ ਆਪਦਾ ਬਣਾਇਆ ਹੋਇਆ ਵਾਤਾਵਰਣ, ਜਿਵੇਂ ਸੁਸਾਇਟੀ ਆ, ਜਿਹੜਾ ਫਿਜ਼ੀਕਲ ਇਨਵਾਇਰਮੈਂਟ ਹੁੰਦਾ ਉਹਦਾ ਕੁਦਰਤੀ ਵਾਤਾਵਰਣ ਹੁੰਦਾ, ਤਾਂ ਉਹਦੇ ਨਾਲ ਸੰਬੰਧ ਦੱਸਦੀ ਆ। ਅਤੇ ਇਹ ਵੀ ਦੱਸਦੀ ਆ ਇਹਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ। ਇਟ ਇਨਕਲੂਡਸ, ਅਤੇ ਇਹ ਵੀ ਦੱਸਦੀ ਆ ਕਿ ਜਿਹੜੀ ਆਬਾਦੀ ਕੀ ਹੁੰਦੀ ਆ, ਪਾਪੂਲੇਸ਼ਨ ਕੀ ਹੁੰਦੀ ਆ, ਕਿਹੜੇ ਇਨਵਾਇਰਮੈਂਟ ਪ੍ਰੋਬਲਮਸ ਆ ਜਿਵੇਂ ਪੋਲਿਊਸ਼ਨ ਆ, ਕਿਹੜੇ ਰਿਸੋਰਸਿਸ ਆ ਜਿਹੜੇ ਕੁਦਰਤੀ ਵਾਤਾਵਰਣ ਦੇ ਵਿੱਚ, ਕਿੰਨੇ ਟਾਈਪ ਦੇ ਜਿਹੜੇ ਆਪਣੇ ਕੋਲੇ ਸਾਧਨ ਪਏ ਆ, ਉਹਨਾਂ ਦੀ ਵੰਡ ਕਿਵੇਂ ਆ, ਕਿਵੇਂ ਇਹ ਖਤਮ ਹੋ ਰਹੇ ਆ, ਕੁਦਰਤੀ ਸਾਧਨਾਂ ਨੂੰ ਬਚਾਇਆ ਕਿਵੇਂ ਜਾ ਸਕਦਾ, ਅਤੇ ਕਿਹੜੀ ਟੈਕਨੋਲੋਜੀ ਦੇ ਨਾਲ ਆਪਾਂ ਅਰਬਨ ਅਤੇ ਰੂਰਲ ਪਲੈਨਿੰਗ ਕਰ ਸਕਦੇ ਹਾਂ। ਕਾਹਦੇ ਲਈ? ਮਨੁੱਖੀ ਵਾਤਾਵਰਣ, ਜਿਹੜਾ ਵਾਤਾਵਰਣ ਆ ਮਨੁੱਖ ਦਾ, ਉਹਨੂੰ ਵਧੀਆ ਬਣਾਉਣ ਲਈ ਟੈਕਨੋਲੋਜੀ ਦੀ ਸਹਾਇਤਾ ਨਾਲ ਅਸੀਂ ਕਿਹੜੀਆਂ ਰੂਰਲ ਅਤੇ ਅਰਬਨ ਪਲੈਨਿੰਗ ਕਰ ਸਕਦੇ ਹਾਂ। ਤਾਂ ਇਹ ਸਾਰਾ ਕੁਝ ਆਪਣੇ ਕੋਲੇ ਇਨਵਾਇਰਮੈਂਟ ਐਜੂਕੇਸ਼ਨ ਦੇ ਵਿੱਚ ਆਉਂਦਾ। ਤਾਂ ਇਹ ਸੀ ਡੈਫੀਨੇਸ਼ਨ। ਹੁਣ ਆਪਾਂ ਨੈਕਸਟ ਡੈਫੀਨੇਸ਼ਨ ਵੱਲ ਮੂਵ ਕਰਦੇ ਹਾਂ। ਡੈਫੀਨੇਸ਼ਨ ਪ੍ਰਪੋਜ਼ਡ ਬਾਈ ਸੈਮੀਨਾਰ on environmental education organized by Finnish National Commission for UNESCO at Jammu 1974
ਜਿਹੜੀ ਇਹ ਕਾਨਫਰੰਸ ਹੋਈ ਸੀ ਜਾਮੀ ਦੇ ਵਿੱਚ, ਕਿਹਨੇ ਆਰਗੇਨਾਈਜ਼ ਕੀਤੀ ਸੀ? ਯੂਨੈਸਕੋ ਨੇ। ਸੈਮੀਨਾਰ ਸੀ ਇਨਵਾਇਰਮੈਂਟ ਐਜੂਕੇਸ਼ਨ ਦੇ ਵਿੱਚ, ਉਹਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਇਨਵਾਇਰਮੈਂਟ ਦੀ ਉਹ ਪ੍ਰਪੋਜ਼ ਕੀਤੀ ਗਈ ਸੀ। ਉਹ ਡੈਫੀਨੇਸ਼ਨ ਕੀ ਸੀ? ਇਨਵਾਇਰਮੈਂਟ ਐਜੂਕੇਸ਼ਨ is a way of implementing the goals of environment protection. Environment education is not a separate branch or subject of study. It should be carried out according to the principles of lifelong integral education। ਹੁਣ ਮੈਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਦੀ ਹਾਂ। ਵਾਤਾਵਰਣ ਸਿੱਖਿਆ ਵਾਤਾਵਰਣ ਸੁਰੱਖਿਆ ਦੇ ਟੀਚਿਆਂ ਨੂੰ ਲਾਗੂ ਕਰਨ ਦਾ ਇੱਕ ਰਸਤਾ ਹੈ। ਵਾਤਾਵਰਣ ਦੀ ਸਿੱਖਿਆ ਵੱਖਰੀ ਸ਼ਾਖਾ ਜਾਂ ਵਿਸ਼ਾ ਨਹੀਂ ਹੈ। ਇਸ ਨੂੰ ਜੀਵਨ ਦੇ ਲੰਬੇ ਅਨਿੱਖੜ ਸਿਧਾਂਤ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਕਹਿਣ ਦਾ ਮਤਲਬ ਜਿਹੜੀ ਵਾਤਾਵਰਣ ਦੀ ਸਿੱਖਿਆ ਹੈਗੀ ਆ, ਉਹ ਵਾਤਾਵਰਣ ਦੇ ਜਿਹੜੇ ਗੋਲ ਆ, ਟੀਚੇ ਆ, ਮਿੱਥੇ ਹੋਏ ਆ, ਉਹਨਾਂ ਨੂੰ ਲਾਗੂ ਕਰਨ ਦਾ ਇੱਕ ਤਰੀਕਾ। ਜਿਹੜੀ ਇਨਵਾਇਰਮੈਂਟ ਐਜੂਕੇਸ਼ਨ ਸਬਜੈਕਟ ਆ, ਉਹ ਇੱਕ ਵੱਖਰਾ ਸਬਜੈਕਟ ਨਹੀਂ ਹੈਗਾ। ਉਹ ਜਿਹੜੇ ਦੂਸਰੇ ਸਬਜੈਕਟ ਆ, ਜਿਵੇਂ ਸੋਸ਼ਲ ਸਟੱਡੀਜ਼ ਆ, ਸਾਇੰਸ ਆ, ਇਨਵਾਇਰਮੈਂਟ ਸਾਇੰਸ ਆ, ਇੰਜੀਨੀਅਰਿੰਗ ਆ, ਟੈਕਨੋਲੋਜੀ ਆ, ਉਹਨਾਂ ਸਾਰੇ ਸਬਜੈਕਟਾਂ ਦੇ ਨਾਲ ਹੀ ਇੰਟਰ ਰਿਲੇਟਡ ਆ, ਤਾਂ ਕਿ ਆਪਣੇ ਇੰਟਰ ਰਿਲੇਟਡ ਦੇ ਇੰਟਰਡਿਸਿਪਲਿਨਰੀ ਸਬਜੈਕਟ ਹੈ, ਮਲਟੀ ਡਿਸਿਪਲਿਨਰੀ ਸਬਜੈਕਟ ਆ, ਜਿਹੜੇ ਸਾਰੇ ਸਬਜੈਕਟਸ ਦੇ ਕੰਬੀਨੇਸ਼ਨ ਦੇ ਸੁਮੇਲ ਤੋਂ ਹੀ ਇਹ ਮਿਲ ਕੇ ਬਣਿਆ। ਇਸ ਲਈ ਇਹ ਕੀ ਆ? ਨਾਟ ਏ ਸੈਪਰੇਟ ਬ੍ਰਾਂਚ, ਇਟ ਇਜ਼ ਏ ਕੰਬਾਈਨਡ ਬ੍ਰਾਂਚ ਆਫ ਸਟੱਡੀ। ਸੋ ਇਹ ਸੀ ਸਾਰਾ ਆਪਣਾ ਡੈਫੀਨੇਸ਼ਨ। ਹੁਣ ਆਪਾਂ ਨੈਕਸਟ ਇਹਨਾਂ ਡੈਫੀਨੇਸ਼ਨਸ ਤੋਂ ਆਪਾਂ ਕੀ ਕਨਕਲੂਡ ਕੀਤਾ ਉਹ ਆਪਾਂ ਦੇਖਦੇ ਹਾਂ। ਫਸਟ ਕਨਕਲੂਜਨ ਸੀ ਇਨਵਾਇਰਮੈਂਟ ਐਜੂਕੇਸ਼ਨ ਇਜ਼ ਨਾਟ ਏ ਸੈਪਰੇਟ ਸਬਜੈਕਟ, ਜਿਹੜਾ ਕਿ ਆਪਾਂ ਕਰ ਚੁੱਕੇ ਹਾਂ। ਇਨਵਾਇਰਮੈਂਟ ਐਜੂਕੇਸ਼ਨ ਦਾ ਏਮ ਕੀ ਹੈ ਕਿ ਚਾਈਲਡ ਦੇ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ, ਜਾਗਰੂਕਤਾ ਪੈਦਾ ਕਰਨੀ ਕਿ ਆਪਣੇ ਜਿਹੜਾ ਵਾਤਾਵਰਨ ਆ, ਸਮਾਜਿਕ ਵਾਤਾਵਰਨ ਅਤੇ ਭੌਤਿਕ ਵਾਤਾਵਰਨ ਨੂੰ ਵਧੀਆ ਬਣਾਉਣਾ। ਇਹ ਜਿਹੜਾ ਸਿੱਖਿਆਰਥੀ ਆ, ਉਹਨੂੰ ਜਿਹੜੇ ਵਾਤਾਵਰਨੀ ਸਮੱਸਿਆਵਾਂ ਦੀਆਂ ਰੀਅਲ ਪ੍ਰੋਬਲਮਸ ਆ, ਉਹਨਾਂ ਨੂੰ ਕਿਉਂ ਪੈਦਾ ਹੋਈਆਂ, ਉਹਨਾਂ ਦੇ ਕਾਰਨ ਕਿ ਉਹਨਾਂ ਨੂੰ ਜਾਣਨ ਦੇ ਵਿੱਚ ਸਹਾਇਤਾ ਕਰਦਾ। ਸੋ ਇਹ ਸੀ ਸਾਰਾ ਆਪਣਾ ਇਨਵਾਇਰਮੈਂਟ ਐਜੂਕੇਸ਼ਨ ਦਾ ਕਨਸੈਪਟ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਡਿਸਕਸ ਕਰਾਂਗੇ। ਥੈਂਕ ਯੂ।